ਓਮ ਸ਼ਾਂਤੀ। ਅੱਜ 15/4/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਇੱਕ ਦੋ ਨੂੰ ਖੁਸ਼ੀ ਦੀ ਖੁਰਾਕ ਖਵਾਉਂਦੇ ਰਹੋ। ਸਦਾ ਖੁਸ਼ ਮੌਜ ਵਿੱਚ ਰਹਿਣਾ ਅਤੇ ਖੁਸ਼ੀ ਵੰਡਣਾ, ਇਹ ਹੈ ਜ਼ਬਰਦਸਤ ਖਾਤਰੀ ਕਰਨਾ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਆਪਣੀ ਉੱਚ ਅਵਸਥਾ ਬਣਾਉਣ ਦੀ ਵਿਧੀ ਕੀ ਹੈ? ਕਿੰਨਾ ਮੁੱਖ ਗੱਲਾਂ ਦਾ ਧਿਆਨ ਰੱਖਣਾ ਹੈ? ਅੱਜ ਬਾਬਾ ਦਾ ਉੱਤਰ ਹੈ, ਉੱਚੀ ਅਵਸਥਾ ਬਣਾਉਣੀ ਹੈ ਤਾਂ ਨੰਬਰ 1 ਪਰ ਨਸ਼ਟੋ ਮੋਹਾ ਬਣਨ ਦੀ ਹਿੰਮਤ ਰੱਖਣੀ ਹੈ। ਨੰਬਰ 2 ਆਪਣਾ ਚਾਰਟ ਰੱਖਣਾ ਹੈ ਕਿ ਬਾਬਾ ਨੂੰ ਯਾਦ ਕਰਦੇ ਸਮੇਂ ਉਹਨਾਂ ਨਾਲ ਕੀ ਕੀ ਗੱਲਾਂ ਕੀਤੀਆਂ, ਕਿੰਨਾ ਸਮਾਂ ਯਾਦ ਕੀਤਾ। ਨੰਬਰ 3 ਨੀਂਦ ਨੂੰ ਜਿੱਤਣ ਵਾਲਾ ਬਣਨਾ ਹੈ। ਨੰਬਰ 4 ਪੁਰਾਣੇ ਸਰੀਰ ਦੀ ਸੰਭਾਲ ਵੀ ਕਰਨੀ ਹੈ, ਫਿਰ ਉਸ ਨੂੰ ਭੁੱਲਣਾ ਵੀ ਹੈ। ਨੰਬਰ 5 ਦੈਵੀ ਸੁਭਾਅ ਬਣਾਉਣਾ ਹੈ, ਸੁਭਾਅ ਦੇ ਵਸ਼ੀਭੂਤ ਹੋ ਕੇ ਕਿਸੇ ਨੂੰ ਵੀ ਸਤਾਉਣਾ ਨਹੀਂ ਹੈ। ਨੰਬਰ 6 ਸਭ ਡਿਫੈਕਟ ਨਿਕਾਲ ਪਿਓਰ ਡਾਇਮੰਡ ਬਣਨਾ ਹੈ। ਨੰਬਰ 7 ਸਭ ਨੂੰ ਸੁੱਖ ਦੇਣੇ ਵਾਲਾ ਖੁਸ਼ਬੂਦਾਰ ਫੂਲ ਬਣਨਾ ਹੈ। ਓਮ ਸ਼ਾਂਤੀ। ਗਿਆਨ ਦਾ ਤੀਸਰਾ ਨੇਤਰ ਦੇਣ ਵਾਲਾ ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹੈ। ਗਿਆਨ ਦਾ ਤੀਸਰਾ ਨੇਤਰ ਸਿਵਾਏ ਬਾਪ ਦੇ ਹੋਰ ਕੋਈ ਦੇ ਨਹੀਂ ਸਕਦਾ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ, ਹੁਣ ਇਹ ਪੁਰਾਣੀ ਦੁਨੀਆ ਬਦਲਣ ਵਾਲੀ ਹੈ। ਵਿਚਾਰੇ ਮਨੁੱਖ ਨਹੀਂ ਜਾਣਦੇ ਕਿ ਕੌਣ ਬਦਲਣ ਵਾਲਾ ਹੈ ਅਤੇ ਕਿਵੇਂ ਬਦਲਦੇ ਹੈ, ਕਿਉਂਕਿ ਉਹਨਾਂ ਨੂੰ ਗਿਆਨ ਦਾ ਤੀਸਰਾ ਨੇਤਰ ਹੀ ਨਹੀਂ ਹੈ। ਤੁਸੀਂ ਬੱਚਿਆਂ ਨੂੰ ਹੁਣ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ, ਜਿਸ ਨਾਲ ਤੁਸੀਂ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣ ਗਏ ਹੋ। ਇਹ ਹੈ ਗਿਆਨ ਦੀ ਸੈਕਰੀਨ। ਇਸ ਦੀ ਇੱਕ ਬੂੰਦ ਵੀ ਕਿੰਨੀ ਮਿੱਠੀ ਹੁੰਦੀ ਹੈ। ਗਿਆਨ ਦਾ ਵੀ ਇੱਕ ਹੀ ਅੱਖਰ ਹੈ, ਮਨ ਮਨਾ ਭਵ। ਸਭ ਤੋਂ ਕਿੰਨਾ ਮਿੱਠਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਸ਼ਾਂਤੀ ਧਾਮ ਅਤੇ ਸੁੱਖ ਧਾਮ ਦਾ ਰਾਸਤਾ ਦੱਸ ਰਹੇ ਹੈ। ਬਾਪ ਆਏ ਹੈ ਬੱਚਿਆਂ ਨੂੰ ਸਵਰਗ ਦਾ ਵਰਸਾ ਦੇਣ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਕਹਿੰਦੇ ਵੀ ਹੈ, ਖੁਸ਼ੀ ਵਰਗੀ ਖੁਰਾਕ ਨਹੀਂ। ਜੋ ਸदैव ਖੁਦੀ ਮੌਜ ਵਿੱਚ ਰਹਿੰਦੇ ਹੈ, ਉਹਨਾਂ ਦੇ ਲਈ ਉਹ ਜਿਵੇਂ ਖੁਰਾਕ ਹੁੰਦੀ ਹੈ। 21 ਜਨਮ ਮੌਜ ਵਿੱਚ ਰਹਿਣ ਦੀ ਇਹ ਜ਼ਬਰਦਸਤ ਖੁਰਾਕ ਹੈ। ਇਹ ਖੁਰਾਕ ਸਦਾ ਇੱਕ ਦੋ ਨੂੰ ਖਵਾਉਂਦੇ ਰਹੋ। ਇੱਕ ਦੋ ਦੀ ਜ਼ਬਰਦਸਤ ਖਾਤਰੀ ਇਹ ਕਰਨੀ ਹੈ। ਅਜਿਹੀ ਖਾਤਰੀ ਹੋਰ ਕੋਈ ਮਨੁੱਖ ਦੀ ਕਰ ਨਾ ਸਕੇ। ਤੁਸੀਂ ਸ਼੍ਰੀਮਤ ਤੇ ਸਭ ਦੀ ਰੂਹਾਨੀ ਖਾਤਰੀ ਕਰਦੇ ਹੋ। ਸੱਚੀ ਖੁਸ਼ ਖਰਾਫਤ ਵੀ ਇਹ ਹੈ। ਕਿਸੇ ਨੂੰ ਬਾਪ ਦਾ ਪਰਿਚੈ ਦੇਣਾ। ਮਿੱਠੇ ਬੱਚੇ ਜਾਣਦੇ ਹੈ, ਬੇਹੱਦ ਦੇ ਬਾਪ ਦੁਆਰਾ ਸਾਨੂੰ ਜੀਵਨ ਮੁਕਤੀ ਦੀ ਖੁਰਾਕ ਮਿਲਦੀ ਹੈ। ਸਤਯੁਗ ਵਿੱਚ ਭਾਰਤ ਜੀਵਨ ਮੁਕਤ ਸੀ, ਪਾਵਨ ਸੀ। ਬਾਪ ਬਹੁਤ ਵੱਡੀ ਉੱਚ ਖੁਰਾਕ ਦਿੰਦੇ ਹੈ। ਤਾਂ ਹੀ ਤੇ ਗਾਇਨ ਹੈ, ਅਤੀ ਇੰਦਰੀਆ ਸੁਖ ਪੁੱਛਣਾ ਹੈ ਤਾਂ ਗੋਪੀਆਂ ਕੋਲੋਂ ਪੁੱਛੋ। ਇਹ ਗਿਆਨ ਅਤੇ ਯੋਗ ਦੀ ਕਿੰਨੀ ਫਸਟ ਕਲਾਸ ਵੰਡਰਫੁਲ ਖੁਰਾਕ ਹੈ ਅਤੇ ਇਹ ਖੁਰਾਕ ਇੱਕ ਹੀ ਰੂਹਾਨੀ ਸਰਜਨ ਦੇ ਕੋਲ ਹੈ। ਹੋਰ ਕਿਸੇ ਨੂੰ ਇਸ ਖੁਰਾਕ ਦਾ ਪਤਾ ਨਹੀਂ ਹੈ। ਬਾਪ ਕਹਿੰਦੇ ਹੈ, ਮਿੱਠੇ ਬੱਚੇ ਤੁਹਾਡੇ ਲਈ ਤੀਰੀ ਮਨਾ ਹਥੇਲੀ ਤੇ ਸੌਗਾਤ ਲਿਆਇਆ ਹਾਂ। ਮੁਕਤੀ ਜੀਵਨ ਮੁਕਤੀ ਦੀ ਇਹ ਸੌਗਾਤ ਮੇਰੇ ਕੋਲ ਹੀ ਰਹਿੰਦੀ ਹੈ। ਕਲਪ ਮੈਂ ਹੀ ਆ ਕੇ ਤੁਹਾਨੂੰ ਦਿੰਦਾ ਹਾਂ, ਫਿਰ ਰਾਵਣ ਖੋਹ ਲੈਂਦਾ ਹੈ। ਤਾਂ ਹੁਣ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਦਾ ਪਾਰਾ ਚੜਿਆ ਰਹਿਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ, ਸਾਡਾ ਇੱਕ ਹੀ ਬਾਪ ਟੀਚਰ ਅਤੇ ਸੱਚਾ ਸਤਿਗੁਰੂ ਹੈ, ਜੋ ਸਾਨੂੰ ਨਾਲ ਲੈ ਜਾਂਦੇ ਹੈ। ਮੋਸਟ ਬਿਲਵਡ ਬਾਪ ਕੋਲੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਇਹ ਘੱਟ ਗੱਲ ਹੈ ਕਿ ਸदैव ਹਰਸ਼ਿਤ ਰਹਿਣਾ ਚਾਹੀਦਾ ਹੈ। ਗੋਡਲੀ ਸਟੂਡੈਂਟ ਲਾਈਫ ਇਜ਼ ਦੀ ਬੈਸਟ। ਇਹ ਹੁਣ ਦਾ ਗਾਇਨ ਹੈ ਨਾ। ਫਿਰ ਨਈ ਦੁਨੀਆ ਵਿੱਚ ਵੀ ਤੁਸੀਂ ਸदैव ਖੁਸ਼ੀਆਂ ਮਨਾਉਂਦੇ ਰਹੋਗੇ। ਦੁਨੀਆ ਨਹੀਂ ਜਾਣਦੀ ਕਿ ਸੱਚੀ ਖੁਸ਼ੀਆਂ ਕਦੋਂ ਮਨਾਈ ਜਾਏਗੀ। ਮਨੁੱਖਾਂ ਨੂੰ ਤੇ ਸਤਯੁਗ ਦਾ ਗਿਆਨ ਹੀ ਨਹੀਂ, ਤਾਂ ਇੱਥੇ ਵੀ ਮਨਾਉਂਦੇ ਰਹਿੰਦੇ ਹੈ। ਪਰ ਇਸ ਪੁਰਾਣੀ ਤਮੋ ਪ੍ਰਧਾਨ ਦੁਨੀਆ ਵਿੱਚ ਖੁਸ਼ੀ ਕਿੱਥੋਂ ਤੋਂ ਆਈ? ਇੱਥੇ ਤੇ ਤਰਾਹੀ ਕਰਦੇ ਰਹਿੰਦੇ ਹੈ। ਕਿੰਨੇ ਸੁੱਖ ਦੀ ਦੁਨੀਆ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਕਿੰਨਾ ਸਹਿਜ ਰਾਸਤਾ ਦੱਸਦੇ ਹੈ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ।
ਧੰਦਾ ਧੋਰੀ ਆਦਿ ਕਰਦੇ ਵੀ ਮੈਨੂੰ ਯਾਦ ਕਰਦੇ ਰਹੋ। ਜਿਵੇਂ ਆਸ਼ਿਕ ਅਤੇ ਮਾਸ਼ੂਕ ਹੁੰਦੇ ਹੈ, ਉਹ ਤਾਂ ਇੱਕ ਦੋ ਨੂੰ ਯਾਦ ਕਰਦੇ ਰਹਿੰਦੇ ਹੈ। ਉਹ ਉਹਨਾਂ ਦਾ ਆਸ਼ਿਕ, ਉਹ ਉਹਨਾਂ ਦਾ ਮਾਸ਼ੂਕ ਹੁੰਦਾ ਹੈ। ਇੱਥੇ ਇਹ ਗੱਲ ਨਹੀਂ ਹੈ। ਇੱਥੇ ਤਾਂ ਤੁਸੀਂ ਸਭ ਇੱਕ ਮਾਸ਼ੂਕ ਤੇ ਜਨਮੰਤਰ ਦੇ ਆਸ਼ਿਕ ਹੋ ਰਹਿੰਦੇ ਹੋ। ਬਾਪ ਕਦੀ ਤੁਹਾਡਾ ਆਸ਼ਿਕ ਨਹੀਂ ਬਣਦਾ। ਤੁਸੀਂ ਉਸ ਮਾਸ਼ੂਕ ਨੂੰ ਆਉਣ ਦੇ ਲਈ ਯਾਦ ਕਰਦੇ ਹੋ। ਜਦੋਂ ਦੁੱਖ ਜਾਸਤੀ ਹੁੰਦਾ ਹੈ ਤਾਂ ਜਾਸਤੀ ਸਿਮਰਨ ਕਰਦੇ ਹੋ। ਤਾਂ ਹੀ ਤੇ ਗਾਇਨ ਹੈ, ਦੁੱਖ ਵਿੱਚ ਸਿਮਰਨ ਸਭ ਕਰੇ, ਸੁਖ ਮੇਂ ਕਰੇ ਨਾ ਕੋਈ। ਇਸ ਸਮੇਂ ਬਾਪ ਵੀ ਸਰਵ ਸ਼ਕਤੀਵਾਨ ਹੈ। ਦਿਨ ਪ੍ਰਤੀ ਦਿਨ ਮਾਇਆ ਵੀ ਸਰਵ ਸ਼ਕਤੀਵਾਨ ਤਮੋ ਪ੍ਰਧਾਨ ਹੁੰਦੀ ਜਾਂਦੀ ਹੈ। ਇਸ ਲਈ ਬਾਪ ਕਹਿੰਦੇ ਹੈ, ਮਿੱਠੇ ਬੱਚੇ ਦੇਹੀ ਅਭਿਮਾਨੀ ਬਣੋ, ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਅਤੇ ਨਾਲ ਨਾਲ ਦੈਵੀ ਗੁਣ ਵੀ ਧਾਰਨ ਕਰੋ। ਤੁਸੀਂ ਇਵੇਂ ਲక్ష్ਮੀ ਨਾਰਾਇਣ ਬਣ ਜਾਓਗੇ। ਇਸ ਪੜ੍ਹਾਈ ਦੀ ਮੁੱਖ ਗੱਲ ਹੈ ਹੀ ਯਾਦ ਦੀ। ਊਂਚ ਤੇ ਊਂਚ ਬਾਪ ਨੂੰ ਬਹੁਤ ਪਿਆਰ ਸਨੇਹ ਨਾਲ ਯਾਦ ਕਰਨਾ ਚਾਹੀਦਾ ਹੈ। ਉਹ ਊਂਚ ਤੇ ਊਂਚ ਬਾਪ ਹੀ ਨਈ ਦੁਨੀਆ ਸਥਾਪਨ ਕਰਨ ਵਾਲਾ ਹੈ। ਬਾਪ ਕਹਿੰਦੇ ਹੈ, ਮੈਂ ਆਇਆ ਹਾਂ ਤੁਹਾਨੂੰ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਣ ਲਈ। ਇਸ ਲਈ ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੇ ਅਨੇਕ ਜਨਮਾਂ ਦੇ ਪਾਪ ਕੱਟ ਜਾਣਗੇ। ਪਾਤਿਤ ਪਾਵਨ ਬਾਪ ਕਹਿੰਦੇ ਹੈ, ਤੁਸੀਂ ਬਹੁਤ ਪਾਤਿਤ ਬਣ ਗਏ ਹੋ। ਇਸ ਲਈ ਹੁਣ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਦੁਨੀਆ ਦਾ ਮਾਲਿਕ ਬਣ ਜਾਓਗੇ। ਪਾਤਿਤ ਪਾਵਨ ਬਾਪ ਨੂੰ ਹੀ ਬੁਲਾਉਂਦੇ ਹੈ। ਹੁਣ ਬਾਪ ਆਏ ਹੈ ਤਾਂ ਜ਼ਰੂਰ ਪਾਵਨ ਬਣਨਾ ਪਏ। ਬਾਪ ਦੁੱਖ ਹਰਤਾ ਸੁਖ ਕਰਤਾ ਹੈ। ਬਰੋਬਰ ਸਤਯੁਗ ਵਿੱਚ ਪਾਵਨ ਦੁਨੀਆ ਸੀ ਤਾਂ ਸਭ ਸੁਖੀ ਸੀ। ਹੁਣ ਬਾਪ ਫਿਰ ਤੋਂ ਕਹਿੰਦੇ ਹੈ, ਬੱਚੇ ਸ਼ਾਂਤੀ ਧਾਮ ਅਤੇ ਸੁਖ ਧਾਮ ਨੂੰ ਯਾਦ ਕਰੋ। ਹੁਣ ਹੈ ਸੰਗਮ ਯੁੱਗ, ਖਵਈਆ ਤੁਹਾਨੂੰ ਇਸ ਪਾਰ ਤੋਂ ਉਸ ਪਾਰ ਲੈ ਜਾਂਦੇ ਹੈ। ਨਾਵ ਕੋਈ ਇੱਕ ਨਹੀਂ, ਸਾਰੀ ਦੁਨੀਆ ਜਿਵੇਂ ਇੱਕ ਵੱਡਾ ਜਹਾਜ਼ ਹੈ, ਉਹਨਾਂ ਨੂੰ ਪਾਰ ਲੈ ਜਾਂਦੇ ਹੈ। ਬਾਪ ਮਿੱਠੇ ਮਿੱਠੇ ਬੱਚਿਆਂ ਨੂੰ ਸਮਝਾਉਂਦੇ ਹੈ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਤੁਸੀਂ ਵੀ ਬਾਪ ਦੀ ਸਰਵਿਸ ਵਿੱਚ ਲੱਗ ਜਾਓ। ਔਨ ਗੋਡ ਫਾਦਰਲੀ ਸਰਵਿਸ। ਬਾਪ ਹੀ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਏ ਹੈ। ਜੋ ਚੰਗਾ ਪੁਰਸ਼ਾਰਥ ਕਰਦੇ ਹੈ ਉਹਨਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਦੇਖਿਆ ਜਾਂਦਾ ਹੈ ਕੌਣ ਮਹਾਵੀਰ ਹੈ, ਜੋ ਬਾਬਾ ਦੇ ਡਾਇਰੈਕਸ਼ਨ ਤੇ ਚੱਲਦੇ ਹੈ। ਬਾਪ ਦਾ ਫਰਮਾਨ ਹੈ, ਆਪਣੇ ਨੂੰ ਆਤਮਾ ਸਮਝ ਭਰਾ ਦੇਖੋ, ਇਸ ਸਰੀਰ ਨੂੰ ਭੁੱਲ ਜਾਓ। ਬਾਬਾ ਵੀ ਇਸ ਸਰੀਰ ਨੂੰ ਨਹੀਂ ਦੇਖਦੇ ਹੈ। ਬਾਪ ਕਹਿੰਦੇ ਹੈ, ਮੈਂ ਆਤਮਾਵਾਂ ਨੂੰ ਦੇਖਦਾ ਹਾਂ। ਬਾਕੀ ਇਹ ਜੋ ਗਿਆਨ ਹੈ ਕਿ ਆਤਮਾ ਸਰੀਰ ਬਗੈਰ ਬੋਲ ਨਹੀਂ ਸਕਦੀ। ਮੈਂ ਵੀ ਇਸ ਸਰੀਰ ਵਿੱਚ ਆਇਆ ਹਾਂ, ਲੋਨ ਲਿੱਤਾ ਹੋਇਆ ਹੈ। ਸਰੀਰ ਦੇ ਨਾਲ ਹੀ ਆਤਮਾ ਪੜ ਸਕਦੀ ਹੈ। ਬਾਬਾ ਦੀ ਬੈਠਕ ਇੱਥੇ ਹੈ। ਇੱਥੇ ਹੈ ਅਕਾਲ ਤਖਤ। ਆਤਮਾ ਅਕਾਲ ਮੂਰਤ ਹੈ। ਆਤਮਾ ਕਦੀ ਛੋਟੀ ਵੱਡੀ ਨਹੀਂ ਹੁੰਦੀ। ਸਰੀਰ ਛੋਟਾ ਵੱਡਾ ਹੁੰਦਾ ਹੈ। ਜੋ ਆਤਮਾਵਾਂ ਹੈ ਉਹਨਾਂ ਸਭ ਦਾ ਤਖਤ ਇਸ ਬਰੂਕੁਟੀ ਦੇ ਵਿੱਚ ਹੈ। ਸਰੀਰ ਤਾਂ ਸਭ ਦੇ ਵੱਖ-ਵੱਖ ਹੁੰਦੇ ਹੈ। ਕਿਸੇ ਦਾ ਅਕਾਲ ਤਖਤ ਪੁਰਸ਼ ਦਾ, ਕਿਸੇ ਦਾ ਅਕਾਲ ਤਖਤ ਇਸਤਰੀ ਦਾ ਹੈ, ਕਿਸੇ ਦਾ ਅਕਾਲ ਤਖਤ ਬੱਚੇ ਦਾ ਹੈ। ਬਾਪ ਬੈਠ ਬੱਚਿਆਂ ਨੂੰ ਰੂਹਾਨੀ ਡਰਿਲ ਸਿਖਾਉਂਦੇ ਹੈ। ਜਦੋਂ ਕਿਸੇ ਨਾਲ ਗੱਲ ਕਰੋ ਤਾਂ ਪਹਿਲੇ ਆਪਣੇ ਨੂੰ ਆਤਮਾ ਸਮਝੋ। ਅਸੀਂ ਆਤਮਾ ਫਲਾਣੇ ਭਰਾ ਨਾਲ ਗੱਲ ਕਰਦੇ ਹਾਂ। ਬਾਪ ਦਾ ਪੈਗਾਮ ਦਿੰਦੇ ਹਾਂ ਕਿ ਸ਼ਿਵ ਬਾਬਾ ਨੂੰ ਯਾਦ ਕਰੋ। ਯਾਦ ਨਾਲ ਹੀ ਜੰਕ ਉਤਰਦੀ ਹੈ। ਸੋਨੇ ਵਿੱਚ ਜਦੋਂ ਅਲਾਈ ਪੈਂਦੀ ਹੈ ਤਾਂ ਸੋਨੇ ਦੀ ਵੈਲਿਊ ਘੱਟ ਹੋ ਜਾਂਦੀ ਹੈ। ਤੁਸੀਂ ਆਤਮਾ ਵਿੱਚ ਵੀ ਜੰਕ ਪੈਣ ਨਾਲ ਤੁਸੀਂ ਵੈਲਿਊ ਲੈਸ ਹੋ ਗਏ ਹੈ। ਹੁਣ ਫਿਰ ਤੋਂ ਪਾਵਨ ਬਣਨਾ ਹੈ। ਤੁਸੀਂ ਆਤਮਾਵਾਂ ਨੂੰ ਹੁਣ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਉਸ ਨੇਤਰ ਨਾਲ ਆਪਣੇ ਭਰਾਵਾਂ ਨੂੰ ਦੇਖੋ। ਭਰਾ ਦੇਖਣ ਨਾਲ ਕਰਮ ਇੰਦਰੀਆਂ ਕਦੀ ਚੰਚਲ ਨਹੀਂ ਹੋਣਗੀਆਂ। ਰਾਜ ਭਾਗ ਲੈਣਾ ਹੈ, ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਇਹ ਮਿਹਨਤ ਕਰੋ। ਭਰਾ ਸਮਝ ਸਭ ਨੂੰ ਗਿਆਨ ਦੇਵੋ ਤਾਂ ਫਿਰ ਇਹ ਟੇਮਾਨਾ ਆਦਤ ਪੱਕੀ ਹੋ ਜਾਏਗੀ। ਸੱਚੇ ਬ੍ਰਦਰਸ ਤੁਸੀਂ ਸਭ ਹੋ। ਬਾਪ ਵੀ ਉੱਪਰ ਤੋਂ ਆਏ ਹੈ, ਤੁਸੀਂ ਵੀ ਆਏ ਹੋ। ਬਾਪ ਬੱਚਿਆਂ ਸਹਿਤ ਸਰਵਿਸ ਕਰ ਰਹੇ ਹੈ। ਸਰਵਿਸ ਕਰਨ ਦੀ ਬਾਪ ਹਿੰਮਤ ਦਿੰਦੇ ਹੈ। ਹਿੰਮਤੇ ਮਰਦਾ ਤਾਂ ਇਹ ਪ੍ਰੈਕਟਿਸ ਕਰਨੀ ਹੈ। ਮੈਂ ਆਤਮਾ ਭਰਾ ਨੂੰ ਪੜ੍ਹਾਉਂਦਾ ਹਾਂ। ਆਤਮਾ ਪੜ੍ਹਦੀ ਹੈ ਨਾ, ਇਸ ਨੂੰ ਸਪਿਰਿਚੁਅਲ ਨੌਲੇਜ ਕਿਹਾ ਜਾਂਦਾ ਹੈ, ਜੋ ਰੂਹਾਨੀ ਬਾਪ ਤੋਂ ਹੀ ਮਿਲਦੀ ਹੈ।
ਸੰਗਮ ਤੇ ਹੀ ਬਾਪ ਆ ਕੇ ਇਹ ਨੌਲੇਜ ਦਿੰਦੇ ਹੈ ਕਿ ਆਪਣੇ ਨੂੰ ਆਤਮਾ ਸਮਝੋ। ਤੁਸੀਂ ਨੰਗੇ ਆਏ ਸੀ, ਫਿਰ ਇੱਥੇ ਸਰੀਰ ਧਾਰਨ ਕਰ ਤੁਸੀਂ 84 ਜਨਮਾਂ ਦਾ ਪਾਠ ਵਜਾਇਆ ਹੈ, ਹੁਣ ਫਿਰ ਵਾਪਸ ਚੱਲਣਾ ਹੈ। ਇਸ ਲਈ ਆਪਣੇ ਨੂੰ ਆਤਮਾ ਸਮਝ ਭਰਾ ਦੀ ਦ੍ਰਿਸ਼ਟੀ ਨਾਲ ਦੇਖਣਾ ਹੈ। ਇਹ ਮਿਹਨਤ ਕਰਨੀ ਹੈ, ਆਪਣੀ ਮਿਹਨਤ ਕਰਨੀ ਹੈ। ਦੂਸਰੇ ਵਿੱਚ ਸਾਡਾ ਕੀ ਜਾਂਦਾ, ਚੈਰਿਟੀ ਵਿੰਗਸ ਐਟ ਹੋਮ, ਮਤਲਬ ਪਹਿਲੇ ਖੁਦ ਨੂੰ ਆਤਮਾ ਸਮਝ ਫਿਰ ਭਰਾਵਾਂ ਨੂੰ ਸਮਝਾਓ ਤਾਂ ਚੰਗੀ ਤਰ੍ਹਾਂ ਤੀਰ ਲੱਗੇਗਾ। ਇਹ ਜੋਹਰ ਭਰਨਾ ਹੈ, ਮਿਹਨਤ ਕਰੋਗੇ ਤਾਂ ਹੀ ਉੱਚ ਪਦਵੀ ਪਾਓਗੇ। ਕੁਝ ਸਹਿਨ ਵੀ ਕਰਨਾ ਪੈਂਦਾ ਹੈ। ਕੋਈ ਉਲਟੀ ਸੁਲਟੀ ਗੱਲ ਬੋਲੇ ਤਾਂ ਤੁਸੀਂ ਚੁੱਪ ਰਹੋ। ਤੁਸੀਂ ਚੁੱਪ ਰਹੋਗੇ ਤਾਂ ਫਿਰ ਦੂਸਰਾ ਕੀ ਕਰੇਗਾ। ਤਾਲੀ ਤੋਂ ਦੋ ਹੱਥੋਂ ਨਾਲ ਵੱਜਦੀ ਹੈ। ਇੱਕ ਨੇ ਮੂੰਹ ਦੀ ਤਾਲੀ ਵਜਾਈ, ਦੂਸਰਾ ਚੁੱਪ ਕਰ ਜਾਏ ਤਾਂ ਉਹ ਆਪੇ ਹੀ ਚੁੱਪ ਹੋ ਜਾਣਗੇ। ਤਾਲੀ ਨਾਲ ਤਾਲੀ ਵੱਜਣ ਨਾਲ ਆਵਾਜ਼ ਹੋ ਜਾਂਦੀ ਹੈ। ਬੱਚਿਆਂ ਨੂੰ ਇੱਕ ਦੋ ਦਾ ਕਲਿਆਣ ਕਰਨਾ ਹੈ। ਬਾਪ ਸਮਝਾਉਂਦੇ ਹੈ, ਬੱਚੇ ਸदैव ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ ਤਾਂ ਮਨ ਮਨਾ ਭਵ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਭਰਾਵਾਂ ਆਤਮਾ ਵੱਲ ਦੇਖੋ, ਭਰਾਵਾਂ ਨੂੰ ਵੀ ਇਹ ਨੌਲੇਜ ਦਵੋ। ਇਹ ਆਦਤ ਪੈ ਜਾਣ ਫਿਰ ਕਦੀ ਕ੍ਰਿਮੀਨਲ ਆਈ ਧੋਖਾ ਨਹੀਂ ਦੇਵੇਗੀ। ਗਿਆਨ ਦੇ ਤੀਸਰੇ ਨੇਤਰ ਨਾਲ ਹੀ, ਤੀਸਰੇ ਨੇਤਰ ਨੂੰ ਦੇਖੋ, ਸਰੀਰ ਨੂੰ ਦੇਖੋ ਹੀ ਨਹੀਂ। ਯੋਗ ਕਰਵਾਉਂਦੇ ਹੋ ਤਾਂ ਵੀ ਆਪਣੇ ਨੂੰ ਆਤਮਾ ਸਮਝ ਭਰਾ ਨੂੰ ਦੇਖਦੇ ਰਹੋਗੇ ਤਾਂ ਸਰਵਿਸ ਚੰਗੀ ਹੋਵੇਗੀ। ਬਾਪ ਨੇ ਕਿਹਾ ਹੈ ਭਰਾਵਾਂ ਨੂੰ ਸਮਝਾਓ। ਭਰਾ ਸਭ ਬਾਪ ਕੋਲੋਂ ਵਰਸਾ ਲੈਂਦੇ ਹੈ। ਇਹ ਰੂਹਾਨੀ ਨੌਲੇਜ ਇੱਕ ਵਾਰ ਹੀ ਤੁਹਾਨੂੰ ਬੱਚਿਆਂ ਨੂੰ ਮਿਲਦੀ ਹੈ। ਤੁਸੀਂ ਬ੍ਰਾਹਮਣ ਹੋ, ਫਿਰ ਦੇਵਤਾ ਬਣਨ ਵਾਲੇ ਹੋ। ਇਸ ਸੰਗਮ ਯੁੱਗ ਨੂੰ ਥੋੜੇ ਹੀ ਛੱਡੋਗੇ, ਨਹੀਂ ਤਾਂ ਪਾਰ ਕਿਵੇਂ ਜਾਓਗੇ। ਕੁੱਦਣਗੇ ਥੋੜੇ ਹੀ। ਇਹ ਵੰਡਰਫੁਲ ਸੰਗਮ ਯੁੱਗ ਹੈ ਤਾਂ ਬੱਚਿਆਂ ਨੂੰ ਰੂਹਾਨੀ ਯਾਤਰਾ ਤੇ ਰਹਿਣ ਦੀ ਆਦਤ ਪਾਉਣੀ ਹੈ। ਤੁਹਾਡੇ ਹੀ ਫਾਇਦੇ ਦੀ ਗੱਲ ਹੈ। ਬਾਪ ਦੀ ਸਿੱਖਿਆ ਭਰਾਵਾਂ ਨੂੰ ਦੇਣੀ ਹੈ। ਬਾਪ ਕਹਿੰਦੇ ਹੈ, ਮੈਂ ਤੁਹਾਨੂੰ ਆਤਮਾਵਾਂ ਨੂੰ ਗਿਆਨ ਦੇ ਰਿਹਾ ਹਾਂ, ਆਤਮਾ ਨੂੰ ਦੇਖਦਾ ਹਾਂ। ਮਨੁੱਖ ਨਾਲ ਗੱਲ ਕਰੇਗਾ ਤਾਂ ਉਹਨਾਂ ਦੇ ਮੂੰਹ ਦੇਖਣਗੇ ਨਾ। ਤੁਸੀਂ ਆਤਮਾ ਨਾਲ ਗੱਲ ਕਰਦੇ ਹੋ ਤਾਂ ਆਤਮਾ ਨੂੰ ਹੀ ਦੇਖਣਾ ਹੈ, ਭਾਵੇਂ ਸਰੀਰ ਦੁਆਰਾ ਗਿਆਨ ਦਿੰਦੇ ਹੋ। ਇਸ ਵਿੱਚ ਸਰੀਰ ਦਾ ਭਾਣ ਤੋੜਨਾ ਹੁੰਦਾ ਹੈ। ਤੁਹਾਡੀ ਆਤਮਾ ਸਮਝਦੀ ਹੈ ਪਰਮਾਤਮਾ ਬਾਪ ਨੂੰ ਸਾਨੂੰ ਗਿਆਨ ਦੇ ਰਹੇ ਹੈ। ਬਾਪ ਵੀ ਕਹਿੰਦੇ ਹੈ ਆਤਮਾਵਾਂ ਨੂੰ ਦੇਖਦਾ ਹਾਂ, ਆਤਮਾ ਵੀ ਕਹਿੰਦੀਆਂ ਹੈ ਅਸੀਂ ਪਰਮਾਤਮਾ ਬਾਪ ਨੂੰ ਦੇਖ ਰਹੇ ਹਾਂ, ਉਹਨਾਂ ਕੋਲੋਂ ਨੌਲੇਜ ਲੈ ਰਹੇ ਹਾਂ, ਉਹਨਾਂ ਤੋਂ ਨੌਲੇਜ ਲੈ ਰਹੇ ਹਾਂ। ਇਸ ਨੂੰ ਕਿਹਾ ਜਾਂਦਾ ਹੈ ਸਪਿਰਿਚੁਅਲ ਨੌਲੇਜ ਦੀ ਲੈਣ ਦੇਣ। ਆਤਮਾ ਦੀ ਆਤਮਾ ਦੇ ਨਾਲ, ਆਤਮਾ ਵਿੱਚ ਹੀ ਗਿਆਨ ਹੈ, ਆਤਮਾ ਨੂੰ ਹੀ ਗਿਆਨ ਦੇਣਾ ਹੈ। ਇਵੇਂ ਜਿਵੇਂ ਜੌਹਰ ਹੈ, ਤੁਹਾਡੇ ਗਿਆਨ ਵਿੱਚ ਇਹ ਜੌਹਰ ਭਰ ਜਾਏਗਾ ਤਾਂ ਕਿਸੇ ਨੂੰ ਸਮਝਾਉਣ ਨਾਲ ਝੱਟ ਤੀਰ ਲੱਗ ਜਾਏਗਾ। ਬਾਪ ਕਹਿੰਦੇ ਹੈ ਪ੍ਰੈਕਟੀਕਲ ਕਰਕੇ ਦੇਖੋ, ਤੀਰ ਲੱਗਦਾ ਹੈ ਨਾ। ਇਹ ਨਵੀਂ ਆਦਤ ਪਾਉਣੀ ਹੈ ਤਾਂ ਫਿਰ ਸਰੀਰ ਦਾ ਭਾਨ ਨਿਕਲ ਜਾਏਗਾ। ਮਾਇਆ ਦੇ ਤੂਫਾਨ ਘੱਟ ਆਉਣਗੇ, ਬੁਰੇ ਸੰਕਲਪ ਨਹੀਂ ਆਉਣਗੇ, ਕ੍ਰਿਮੀਨਲ ਆਈ ਵੀ ਨਹੀਂ ਰਹੇਗੀ। ਅਸੀਂ ਆਤਮਾ ਨੇ 84 ਦਾ ਚੱਕਰ ਲਗਾਇਆ, ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਬਾਬਾ ਦੀ ਯਾਦ ਵਿੱਚ ਰਹਿਣਾ ਹੈ। ਯਾਦ ਨਾਲ ਹੀ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ, ਸਤੋ ਪ੍ਰਧਾਨ ਦੁਨੀਆ ਦੇ ਮਾਲਿਕ ਬਣ ਜਾਓਗੇ। ਕਿੰਨਾ ਸਹਿਜ ਹੈ। ਬਾਪ ਜਾਣਦੇ ਹੈ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਵੀ ਮੇਰਾ ਪਾਠ ਹੀ ਹੈ, ਕੋਈ ਨਈ ਗੱਲ ਨਹੀਂ। ਹਰ 5000 ਵਰ੍ਹੇ ਬਾਅਦ ਸਾਨੂੰ ਆਉਣਾ ਹੁੰਦਾ ਹੈ। ਮੈਂ ਬਦਾਇਮਾਨ ਹਾਂ, ਬੱਚਿਆਂ ਨੂੰ ਬੈਠ ਸਮਝਾਉਂਦਾ ਹਾਂ, ਮਿੱਠੇ ਬੱਚੇ ਰੂਹਾਨੀ ਯਾਦ ਦੀ ਯਾਤਰਾ ਵਿੱਚ ਰਹੋ, ਅੰਤਮਤੀ ਸੁਗਤੀ ਹੋ ਜਾਏਗੀ। ਇਹ ਅੰਤ ਕਾਲ ਹੈ ਨਾ, ਮਮੇਕਮ ਯਾਦ ਕਰੋ ਤਾਂ ਤੁਹਾਡੀ ਸਦਗਤੀ ਹੋ ਜਾਏਗੀ। ਯਾਦ ਦੀ ਯਾਤਰਾ ਨਾਲ ਪਾਇਆ ਮਜ਼ਬੂਤ ਹੋ ਜਾਏਗਾ। ਇਹ ਦੇਹੀ ਅਭਿਮਾਨੀ ਬਣਨ ਦੀ ਸਿੱਖਿਆ ਇੱਕ ਹੀ ਵਾਰੀ ਤੁਸੀਂ ਬੱਚਿਆਂ ਨੂੰ ਮਿਲਦੀ ਹੈ। ਕਿੰਨਾ ਵੰਡਰਫੁਲ ਗਿਆਨ ਹੈ। ਬਾਬਾ ਵੰਡਰਫੁਲ ਹੈ ਤਾਂ ਗਿਆਨ ਵੀ ਵੰਡਰਫੁਲ ਹੈ। बाबा वंडरफुल है तो बाबा कहते जो होर कोई दस ना सके। ये है तुसी ब्राह्मणा दा सर्वोत्तम ऊंच ते ऊंच कुल। इस समय थोड़ा जीवन अमूल्य है, इसलिए इस शरीर की भी संभाल करनी है। तमो प्रधान होने कारण इसकी उम्र भी घट हुंदी गई है। हुण तुसी जिन्ना योग विच रहोगे उन्नी उम्र बढ़ेगी। तुहानूं उम्र वधांदे वधांदे 150 वर्ष हो जाएगी। सतयुग विच इसलिए शरीर की भी संभाल करनी है।
ਇਵੇਂ ਨਹੀਂ ਇਹ ਤਾਂ ਮਿੱਟੀ ਦਾ ਪੁਤਲਾ ਹੈ, ਕਿੱਥੇ ਆ ਖਲਾਸ ਹੋ ਜਾਏ। ਨਹੀਂ, ਇਹਨਾਂ ਨੂੰ ਜਿਉਂਦਾ ਰੱਖਣਾ ਹੈ। ਇਹ ਅਮੁੱਲਿਆ ਜੀਵਨ ਹੈ ਨਾ। ਕੋਈ ਬਿਮਾਰ ਹੁੰਦਾ ਹੈ ਤਾਂ ਉਹਨਾਂ ਤੋਂ ਤੰਗ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਵੀ ਬੋਲੋ, ਸ਼ਿਵ ਬਾਬਾ ਨੂੰ ਯਾਦ ਕਰੋ। ਜਿੰਨਾ ਯਾਦ ਕਰਨ ਪਲਣਗੇ ਉਹਨਾਂ ਦੇ ਪਾਪ ਕੱਟਦੇ ਜਾਣਗੇ। ਉਹਨਾਂ ਦੀ ਸਰਵਿਸ ਕਰਨੀ ਚਾਹੀਦੀ ਹੈ। ਜਿਉਂਦਾ ਰਹੇ, ਸ਼ਿਵ ਬਾਬਾ ਨੂੰ ਯਾਦ ਕਰਦੇ ਰਹੇ। ਬੱਚਿਆਂ ਵਿੱਚ ਨਸ਼ਟੋ ਮੋਹਾ ਬਣਨ ਦੀ ਹਿੰਮਤ ਚਾਹੀਦੀ ਹੈ। ਫਟ ਤੋਂ ਨਸ਼ਟੋ ਮੋਹਾ ਹੋ ਜਾਣਾ ਚਾਹੀਦਾ ਹੈ। ਬੇਹੱਦ ਦਾ ਬਾਪ ਮਿਲਿਆ ਤਾਂ ਉਹਨਾਂ ਤੋਂ ਪੂਰਾ ਵਰਸਾ ਲੈਣਾ ਹੈ। ਬਾਬਾ ਨੇ ਬੱਚਿਆਂ ਨੂੰ ਸਮਝਾਇਆ ਹੈ, ਚਾਰਟ ਰੱਖੋ। ਬਾਬਾ ਦੀ ਯਾਦ ਕਰਨ ਸਮੇਂ ਬਾਬਾ ਨਾਲ ਕੀ ਗੱਲਾਂ ਕੀਤੀਆਂ, ਕਿੰਨੀ ਬਾਬਾ ਦੀ ਮਹਿਮਾ ਕੀਤੀ, ਭੋਜਨ 'ਤੇ ਕਿੰਨਾ ਸਮੇਂ ਯਾਦ ਕੀਤਾ, ਫਿਰ ਭੁੱਲ ਗਿਆ। ਆਪਣੀ ਅਵਸਥਾ ਨੂੰ ਊਂਚ ਬਣਾਉਣਾ ਬਹੁਤ ਜ਼ਰੂਰੀ ਹੈ। ਨੀਂਦ ਨੂੰ ਜਿੱਤਣ ਵਾਲਾ ਬਣਨਾ ਹੈ। ਬਾਪ ਨੂੰ ਯਾਦ ਕਰਨਾ ਹੈ। ਯਾਦ ਨੂੰ ਵਧਾਉਂਦੇ ਜਾਓ, ਹੋਰਨਾਂ ਨੂੰ ਸਿਖਾਉਂਦੇ ਜਾਓ। ਇਸ ਵਿੱਚ ਨਸ਼ਟੋ ਮੋਹਾ ਜ਼ਰੂਰ ਬਣਨਾ ਪਏ, ਪੁਰਾਣਾ ਸਰੀਰ ਨੂੰ ਭੁੱਲਣਾ ਪਏ। ਬਾਪ ਦੇ ਬਣੇ ਹੋ ਤਾਂ ਉਹਨਾਂ ਨੂੰ ਹੀ ਯਾਦ ਕਰਨਾ ਪਏ। ਜੋ ਬਾਪ ਸਾਨੂੰ ਹੀਰੇ ਵਰਗਾ ਬਣਾਉਂਦੇ ਹੈ, ਉਹਨਾਂ ਨੂੰ ਕਿੰਨਾ ਲਵ ਨਾਲ ਯਾਦ ਕਰਨਾ ਚਾਹੀਦਾ ਹੈ। ਆਪਣੀ ਜਾਂਚ ਕਰਨੀ ਹੈ। ਮੇਰਾ ਦੈਵੀ ਸੁਭਾਅ ਹੈ। ਮਨੁੱਖ ਦਾ ਸੁਭਾਅ ਬਹੁਤ ਸਤਾਉਂਦਾ ਹੈ। ਹਰੇਕ ਨੂੰ ਆਪਣਾ ਤੀਸਰਾ ਨੇਤਰ ਮਿਲਿਆ ਹੈ ਤਾਂ ਉਸ ਨਾਲ ਜਾਂਚ ਕਰਨੀ ਹੈ। ਮੇਰੀ ਯਾਦ ਬਾਬਾ ਤੱਕ ਪਹੁੰਚਦੀ ਹੈ। ਜੋ ਡਿਫੈਕਟ ਹੈ ਉਹਨਾਂ ਨੂੰ ਨਿਕਾਲ ਡਾਇਮੰਡ ਬਣਾਉਣਾ ਹੈ। ਥੋੜ੍ਹਾ ਵੀ ਡਿਫੈਕਟ ਹੋਵੇਗਾ ਤਾਂ ਵੈਲਿਊ ਘੱਟ ਹੋ ਜਾਏਗੀ। ਇਸ ਲਈ ਮਿਹਨਤ ਕਰ ਆਪਣੇ ਨੂੰ ਵੈਲਿਊਬਲ ਹੀਰਾ ਬਣਾਉਣਾ ਹੈ। ਬਾਬਾ ਜਾਣਦੇ ਹੈ ਕਰਮਾਤੀਤ ਅਵਸਥਾ ਤਾਂ ਪਛਾੜੀ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਆਉਣੀ ਹੈ। ਫਿਰ ਵੀ ਪੁਰਸ਼ਾਰਥ ਕਰਾਉਣ ਲਈ ਤਾਂ ਬਾਬਾ ਕਹਿਣਗੇ ਨਾ, ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਬਾਬਾ ਨੂੰ ਵੀ ਪਿਆਰੇ ਲੱਗੋਗੇ ਨਾ। ਜੋ ਹੋਰਨਾਂ ਨੂੰ ਸੁੱਖ ਦੇਣ ਵਾਲਾ ਖੁਸ਼ਬੂਦਾਰ ਫੁੱਲ ਹੈ ਉਹ ਛਿਪਿਆ ਨਹੀਂ ਰਹਿ ਸਕਦਾ। ਬਾਪ ਫਿਰ ਵੀ ਬੱਚਿਆਂ ਨੂੰ ਕਹਿੰਦੇ ਹੈ, ਮਿੱਠੇ ਬੱਚੇ ਮਮੇ ਕਮ ਯਾਦ ਕਰੋ ਤਾਂ ਮੈਲ ਨਿਕਲ ਜਾਵੇ। ਬਾਪ ਨੂੰ ਯਾਦ ਕਰਦੇ ਦਿਲ ਇੱਕਦਮ ਠਰ ਜਾਣੀ ਚਾਹੀਦੀ ਹੈ, ਸ਼ੀਤਲ ਹੋ ਜਾਣੀ ਚਾਹੀਦੀ ਹੈ। ਬਾਪ ਦੀ ਯਾਦ ਸਤਾਉਣੀ ਚਾਹੀਦੀ ਹੈ। ਬਾਬਾ, ਮਿੱਠੇ ਬਾਬਾ, ਤੁਸੀਂ ਸਾਨੂੰ ਕੀ ਤੋਂ ਕੀ ਬਣਾ ਰਹੇ ਹੋ। ਹੋਰ ਤੇ ਕੋਈ ਜਾਣਦੇ ਹੀ ਨਹੀਂ ਤੁਸੀਂ ਕੀ ਬਣ ਰਹੇ ਹੋ। ਤਾਂ ਅਜਿਹੇ ਮਿੱਠੇ ਬਾਬਾ ਨੂੰ ਬਹੁਤ ਲਵ ਨਾਲ ਯਾਦ ਕਰਨਾ ਹੈ। ਬਾਬਾ ਆਖਦੇ ਨੇ, ਕਈ ਬੰਦੇਲੀਆਂ ਬਹੁਤ ਯਾਦ ਕਰਦੀਆਂ ਹੈ, ਪਤਾ ਨਹੀਂ ਕਿਵੇਂ ਆਪਣੇ ਨੂੰ ਛੁਡਾ ਕੇ ਆਉਂਦੀਆਂ ਹੈ। ਉਹਨਾਂ ਦਾ ਜਿੰਨਾ ਲਵ ਰਹਿੰਦਾ ਹੈ ਉਤਨਾ ਹੋਰ ਬੱਚਿਆਂ ਦਾ ਨਹੀਂ ਹੈ। ਇੱਕਦਮ ਬਾਬਾ ਨੂੰ ਯਾਦ ਕਰ ਸਨੇਹ ਦੇ ਅਥਰੂ ਬਹਾਉਂਦੀਆਂ ਹੈ। ਬਾਬਾ ਤੁਹਾਨੂੰ ਕਦੋਂ ਮਿਲਾਂਗੇ? ਵਿਸ਼ਵ ਦਾ ਮਾਲਿਕ ਬਣਾਉਣ ਵਾਲਾ ਬਾਬਾ, ਉਹ ਬਾਬਾ ਕਦੋਂ ਆ ਕੇ ਸਾਹਮਣੇ ਮਿਲਾਂਗੀ। ਇਵੇਂ ਬਹੁਤ ਪ੍ਰੇਮ ਨਾਲ ਬਾਬਾ ਨੂੰ ਯਾਦ ਕਰਦੀਆਂ ਹੈ। ਸਭ ਦੁੱਖ ਮਿਟਾਉਣ ਵਾਲਾ ਬਾਬਾ, ਤੁਸੀਂ ਕਿੰਨਾ ਸਾਡਾ ਸੁਭਾਗ ਬਣਾਇਆ ਹੈ। ਤੁਸੀਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ। ਯਾਦ ਦਾ ਵੀ ਬਲ ਉਹਨਾਂ ਨੂੰ ਬਹੁਤ ਮਿਲਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਕੋਈ ਵੀ ਉਲਟੀ ਗੱਲ ਬੋਲੇ ਤਾਂ ਚੁੱਪ ਰਹਿਣਾ ਹੈ। ਮੂੰਹ ਦੀ ਤਾੜੀ ਨਹੀਂ ਵਜਾਉਣੀ ਹੈ। ਸਹਿਨ ਕਰਨਾ ਹੈ। ਇੱਕ ਦੂਜੇ ਦਾ ਕਲਿਆਣ ਕਰਨਾ ਹੈ। ਨੰਬਰ 2 ਗਿਆਨ ਦੇ ਤੀਸਰੇ ਨੇਤਰ ਨਾਲ ਆਤਮਾ ਭਾਈ ਨੂੰ ਵੇਖਣਾ ਹੈ। ਆਪਣੇ ਨੂੰ ਭਾਈ ਸਮਝ ਭਾਈ ਨੂੰ ਗਿਆਨ ਦੇਣਾ ਹੈ। ਰੂਹਾਨੀ ਡਰਿਲ ਕਰਨੀ ਹੈ ਅਤੇ ਕਰਾਉਣੀ ਹੈ। ਆਪਣੀ ਮਿਹਨਤ ਕਰਨੀ ਹੈ, ਦੂਜਿਆਂ ਨੂੰ ਨਹੀਂ ਵੇਖਣਾ ਹੈ। ਵਰਦਾਨ ਹੈ ਅੱਜ ਦਾ, ਆਪਣੀ ਬਿਲ ਪਾਵਰ ਦੁਆਰਾ ਹਰ ਇੱਕ ਨੂੰ ਬਿਲ ਕਰਾਉਣ ਵਾਲਾ ਸ੍ਰੇਸ਼ਟ ਸੇਵਾਧਾਰੀ ਭਵ। ਆਪਣੀ ਬਿਲ ਪਾਵਰ ਦੁਆਰਾ ਹਰ ਇੱਕ ਨੂੰ ਬਿਲ ਕਰਾਉਣ ਵਾਲੇ ਸ੍ਰੇਸ਼ਟ ਸੇਵਾਧਾਰੀ ਭਵ। ਅੱਜ ਬਾਬਾ ਆਖਦੇ ਨੇ, ਵਰਤਮਾਨ ਸਮੇਂ ਕੋਈ ਆਤਮਾਵਾਂ ਤੁਹਾਡੇ ਸਹਿਯੋਗ ਦੇ ਲਈ ਚਾਤਰਕ ਹੈ, ਲੇਕਿਨ ਆਪਣੀ ਸ਼ਕਤੀ ਨਹੀਂ ਹੈ। ਉਹਨਾਂ ਨੂੰ ਤੁਹਾਨੂੰ ਆਪਣੀ ਸ਼ਕਤੀਆਂ ਦੀ ਮਦਦ ਵਿਸ਼ੇਸ਼ ਦੇਣੀ ਪਵੇਗੀ। ਇਸ ਲਈ ਨਮਿਤ ਬਣੇ ਹੋਏ ਸੇਵਾਧਾਰੀਆਂ ਵਿੱਚ ਸਰਵ ਸ਼ਕਤੀਆਂ ਦੀ ਪਾਵਰ ਚਾਹੀਦੀ ਹੈ। ਜਿਵੇਂ ਬ੍ਰਹਮਾ ਬਾਪ ਨੇ ਲਾਸਟ ਵਿੱਚ ਬੱਚਿਆਂ ਨੂੰ ਸ਼ਕਤੀਆਂ ਦੀ ਬਿਲ ਕੀਤੀ, ਉਸ ਬਿਲ ਨਾਲ ਇਹ ਕੰਮ ਚੱਲ ਰਿਹਾ ਹੈ। ਇਵੇਂ ਫਾਲੋ ਫਾਦਰ ਆਪਣੀ ਸ਼ਕਤੀਆਂ ਦੀ ਬਿਲ ਆਤਮਾਵਾਂ ਪ੍ਰਤੀ ਕਰੋ ਤਾਂ ਸਮੇਂ ਅਨੁਸਾਰ ਸੇਵਾ ਸੰਪੰਨ ਹੋ ਜਾਵੇਗੀ।
ਸਲੋਗਨ ਹੈ ਜਿੱਦਾਂ, ਜਿੱਥੇ ਏਕਤਾ ਅਤੇ ਇਕਾਗਰਤਾ ਦੀ ਸ਼ਕਤੀ ਹੈ ਉੱਥੇ ਸਫਲਤਾ ਸਹਿਜ ਪ੍ਰਾਪਤ ਹੁੰਦੀ ਹੈ। ਜਿੱਥੇ ਏਕਤਾ ਅਤੇ ਇਕਾਗਰਤਾ ਦੀ ਸ਼ਕਤੀ ਹੈ ਉੱਥੇ ਸਫਲਤਾ ਸਹਿਜ ਪ੍ਰਾਪਤ ਹੁੰਦੀ ਹੈ। ਚੰਗਾ। ਓਮ ਸ਼ਾਂਤੀ।